ਡਾਕਟਰ ਅਜੈਬ ਸਿੰਘ ਦੀ ਪੁਸਤਕ ਮਾਨਸਿਕ ਉਲਝਣਾਂ ਤੇ ਸੁਝਾਅ ਦਾ ਅਗਲਾ ਲੇਖ ਹੈ ਪਤੀ ਪਤਨੀ ਦਾ ਮਿਲਾਪ। ਪਤੀ ਪਤਨੀ ਦੇ ਮਿਲਾਪ ਬਾਰੇ ਲਿਖਣ ਤੋਂ ਪਹਿਲਾਂ ਕਾਮ ਦੇ ਸੰਬੰਧ ਵਿੱਚ ਕੁਝ ਖਾਸ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਦੀ ਕਾਮ ਵਾਸ਼ਨਾ ਨੂੰ ਜਾਣ-ਬੁੱਝ ਕੇ ਭੰਡਿਆ ਜਾ ਰਿਹਾ ਹੈ ਤਾਂ ਕਿ ਮਨੁੱਖ ਇਸ ਭਾਵਨਾ ਨੂੰ ਆਪਣੇ ਅੰਦਰ ਦਬਾ ਕੇ ਰੱਖੇ। ਅਸੀਂ ਘਰ ਵਿੱਚ ਜਾਂ ਬਾਹਰ ਕਿਤੇ ਵੀ ਕਾਮ ਬਾਰੇ ਗੱਲ ਕਰਨੀ ਪਸੰਦ ਨਹੀਂ ਕਰਦੇ। ਅਸੀਂ ਕਾਮ ਸ਼ਕਤੀ ਦੀਆਂ ਵਿਸ਼ਾਲ ਸੰਭਾਵਨਾਵਾਂ ਤੋਂ ਜਾਣੂ ਹੋਣ ਦੀ ਬਜਾਏ ਇਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਹੈ। ਨਿੰਦ ਕੇ ਅਸੀਂ ਇਸ ਵਾਸ਼ਨਾ ਨੂੰ ਆਪਣੇ ਅੰਦਰ ਛੁਪਾ ਲਿਆ ਅਤੇ ਅੱਜ ਅਸੀਂ ਝੂਠ ਬੋਲਦੇ ਹਾਂ ਕਿ ਵਾਸ਼ਨਾ ਸਾਡੇ ਅੰਦਰ ਮੌਜੂਦ ਹੈ ਹੀ ਨਹੀਂ। ਆਦਮੀ ਕਦੇ ਵੀ ਇਸ ਖਿਆਲ ਤੋਂ ਛੁਟਕਾਰਾ ਨਹੀਂ ਪਾ ਸਕਦਾ ਕਿ ਕਾਮ ਬੁਰਾ ਹੈ। ਇਸ ਦੇ ਉਲਟ ਸੱਚਾਈ ਇਹ ਹੈ ਕਿ ਮਨੁੱਖ ਦੇ ਜੀਵਨ ਵਿੱਚ ਕਾਮ ਤੋਂ ਜ਼ਿਆਦਾ ਮਹੱਤਵਪੂਰਨ ਹੋਰ ਕੋਈ ਚੀਜ਼ ਹੈ ਹੀ ਨਹੀਂ। ਅਸੀਂ ਮਨੁੱਖ ਦੀ ਕਾਮ ਵਾਸ਼ਨਾ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਜੀਵਨ ਕਾਮ ਤੋਂ ਹੀ ਉਪਜਦਾ ਹੈ। ਇਸ ਕਰਕੇ ਪਤੀ ਪਤਨੀ ਦੇ ਸਰੀਰਕ ਸੰਬੰਧ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਡੇ ਲਈ ਇਸ ਵਿਸ਼ੇ ਨੂੰ ਡੂੰਘਾਈ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਕਾਮ ਦੇ ਸੰਬੰਧ ਵਿੱਚ ਗੱਲ ਕਰਨ ਤੋਂ ਵੀ ਡਰਦੇ ਹਾਂ। ਅਸੀਂ ਸ਼ਰਮਾ ਕੇ ਇਸ ਵਿਸ਼ੇ ਬਾਰੇ ਚੁੱਪ ਰਹਿਣਾ ਚਾਹੁੰਦੇ ਹਾਂ। ਅਸੀਂ ਸੋਚਦੇ ਹਾਂ ਕਿ ਕਾਮ ਬਾਰੇ ਗੱਲ ਕਰਨਾ ਸਾਡੀ ਸ਼ਖਸੀਅਤ ਦੇ ਅਨੁਕੂਲ ਨਹੀਂ ਹੈ। ਇਹ ਇੱਕ ਭੱਦਾ, ਨੀਚ ਅਤੇ ਘਿਰਨਤ ਵਿਸ਼ਾ ਹੈ। ਇਸ ਕਰਕੇ ਇਸ ਵਿਸ਼ੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਇਸ ਨੂੰ ਆਪਣੇ ਅੰਦਰ ਦਬਾ ਲੈਣਾ ਹੀ ਚੰਗਾ ਹੈ। ਇਹ ਆਪੇ ਲੋਪ ਹੋ ਜਾਏਗਾ, ਪਰ ਇਹ ਕਦੇ ਵੀ ਲੋਪ ਨਹੀਂ ਹੋਏਗਾ, ਸਗੋਂ ਸਾਡੇ ਅਚੇਤ ਮਨ ਅੰਦਰ ਦਬ ਕੇ ਕਈ ਮਨੋਰੋਗਾਂ ਦਾ ਕਾਰਨ ਬਣੇਗਾ। ਅਸਲ ਵਿੱਚ ਸੱਚ ਭਾਵੇਂ ਕਿੰਨਾ ਵੀ ਕੌੜਾ ਹੋਵੇ, ਉਸ ਵੱਲ ਪਿੱਠ ਕਰਕੇ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਆਪਣੀਆਂ ਅੱਖਾਂ ਮੀਟਣ ਨਾਲ ਕਦੇ ਵੀ ਰਾਤ ਨਹੀਂ ਪੈ ਸਕਦੀ। ਹੋ ਸਕਦਾ ਹੈ ਸਦੀਆਂ ਤੋਂ ਕਾਮ ਦੇ ਵਿਰੁੱਧ ਸੁਣਦੇ ਸੁਣਦੇ ਸਾਡੇ ਮਨ ਦੀ ਆਦੀ ਕੰਡੀਸ਼ਨ ਹੋ ਚੁੱਕੇ ਹੋਣ। ਇਸ ਲਈ ਇਸ ਗੁੰਝਲਦਾਰ ਵਿਸ਼ੇ ਨੂੰ ਖੁੱਲ੍ਹੇ ਦਿਮਾਗ ਨਾਲ ਪੜ੍ਹਨ ਦੀ ਲੋੜ ਹੈ। ਕੀ ਅਸੀਂ ਕਦੇ ਵਿਚਾਰਿਆ ਕਿ ਸਾਡਾ ਮਨ ਉਸ ਚੀਜ਼ ਵੱਲ ਜ਼ਿਆਦਾ ਦੌੜਦਾ ਹੈ ਜਿਸ ਚੀਜ਼ ਤੋਂ ਅਸੀਂ ਬਚਣਾ ਚਾਹੁੰਦੇ ਹਾਂ? ਅਸੀਂ ਕਾਮ ਵਾਸ਼ਨਾ ਨੂੰ ਜਿੰਨਾ ਜ਼ਿਆਦਾ ਆਪਣੇ ਅੰਦਰ ਦਬਾ ਕੇ ਰੱਖਾਂਗੇ, ਇਹ ਲਿੰਗ ਵਾਸ਼ਨਾ ਦਾ ਕਰੰਟ ਓਨਾ ਹੀ ਜ਼ਿਆਦਾ ਚੰਗਿਆੜੇ ਵਾਂਗ ਭੜਕੇਗਾ। ਕਾਮ ਨੂੰ ਪ੍ਰਗਟ ਕਰਨ ਨਾਲੋਂ ਇਸ ਦਾ ਦਮਨ ਕਿਤੇ ਜ਼ਿਆਦਾ ਨੁਕਸਾਨਦੇਹ ਹੈ ਕਿਉਂਕਿ ਆਦਮੀ ਇਸ ਦੇ ਨਿਕਾਸ ਲਈ ਕੋਈ ਪੁੱਠਾ ਰਾਹ ਅਖਤਿਆਰ ਕਰ ਸਕਦਾ ਹੈ। ਇਸ ਲਈ ਅਸੀਂ ਇਸ ਜੋਸ਼ੀਲੀ ਭਾਵਨਾ ਨੂੰ ਆਪਣੇ ਅੰਦਰ ਦਬਾ ਕੇ ਕਦੇ ਵੀ ਇਸ ਤੋਂ ਮੁਕਤ ਨਹੀਂ ਹੋ ਸਕਦੇ। ਸਗੋਂ ਸਾਡੇ ਮਨ ਅੰਦਰ ਕਾਮ ਦੀਆਂ ਜੜ੍ਹਾਂ ਆਪਣੇ ਆਪ ਹੋਰ ਵੀ ਡੂੰਘੀਆਂ ਚਲੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਬਹੁਤ ਸਾਰੇ ਮਾਨਸਿਕ ਰੋਗਾਂ ਜਿਵੇਂ ਕਿ ਹਿਸਟੀਰੀਆ ਮਤਲਬ ਗਸ਼ੀ, ਬੇਚੈਨੀ, ਵਹਿਮ, ਸ਼ੱਕ, ਬੇਹੋਸ਼ੀ ਆਦਿ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਮਨੋਚਿਕਿਤਸਕ ਅਨੁਸਾਰ ਇਹ ਰੋਗ ਖਾਸ ਕਰ ਕਾਮਕ ਖਾਸ਼ਾਂ ਨੂੰ ਅੰਦਰ ਦਬਾਉਣ ਦੇ ਨਤੀਜੇ ਵਜੋਂ ਪੈਦਾ ਹੁੰਦੇ ਹਨ। ਵਰਤਮਾਨ ਸਮਾਜ ਵਿੱਚ ਮਨੋਰੋਗ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਇਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੋ ਰਿਹਾ ਹੈ। ਕਾਮ ਪ੍ਰਤੀ ਅਜਿਹੇ ਰਵੱਈਏ ਕਾਰਨ ਸਾਡੇ ਅੰਦਰ ਬੇਅੰਤ ਝਗੜੇ ਸ਼ੁਰੂ ਹੋ ਜਾਂਦੇ ਹਨ। ਆਦਮੀ ਜਵਾਨੀ ਵਿੱਚ ਤਾਂ ਇਸ ਕਾਮ ਵਾਸ਼ਨਾ ਦੇ ਕੁਦਰਤੀ ਜਜ਼ਬਿਆਂ ਨੂੰ ਕੰਟਰੋਲ ਕਰਨ ਦੇ ਬਿਲਕੁਲ ਯੋਗ ਨਹੀਂ ਹੈ। ਇਸ ਕਰਕੇ ਜੇ ਉਹ ਇਸ ਕਾਮ ਉਤੇਜਨਾ ਨੂੰ ਪ੍ਰਗਟ ਨਹੀਂ ਕਰ ਸਕਦਾ ਤਾਂ ਉਹ ਇੱਕ ਦਿਨ ਇਸ ਵਾਸ਼ਨਾ ਦੇ ਡਰ, ਫਿਕਰ ਅਤੇ ਮਾਨਸਿਕ ਤਣਾਅ ਨਾਲ ਪਾਗਲ ਹੋ ਜਾਏਗਾ। ਇਹ ਦੋਸ਼ ਵਿਅਕਤੀ ਦਾ ਨਹੀਂ ਹੈ, ਸਗੋਂ ਸਾਡੇ ਪਰਿਵਾਰ, ਸਾਡੇ ਸਮਾਜ ਅਤੇ ਧਾਰਮਿਕ ਫਿਰਕਿਆਂ ਦਾ ਹੈ ਜਿਹੜੇ ਕਿ ਕਾਮ ਨੂੰ ਬਦਨਾਮ ਕਰਨ ਦਾ ਪ੍ਰਚਾਰ ਕਰਦੇ ਹਨ। ਸਾਡੇ ਧਾਰਮਿਕ ਆਗੂ ਇਸ ਕੰਮ ਲਈ ਸਭ ਤੋਂ ਵੱਧ ਕਸੂਰਵਾਰ ਹਨ। ਸੈਂਕੜੇ ਸਾਲਾਂ ਤੋਂ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਉਹਨਾਂ ਨੇ ਮਨੁੱਖ ਨੂੰ ਯਕੀਨ ਕਰਵਾ ਦਿੱਤਾ ਹੈ ਕਿ ਕਾਮ ਬਾਰੇ ਸੋਚਣਾ ਬੁਰਾ, ਪਾਪ, ਗੁਨਾਹ ਅਤੇ ਧਾਰਮਿਕ ਸਿਧਾਂਤਾਂ ਦੇ ਉਲਟ ਹੈ। ਹੁਣ ਅਜਿਹੀ ਸਥਿਤੀ ਪੈਦਾ ਹੋ ਚੁੱਕੀ ਹੈ ਕਿ ਅਸੀਂ ਇਹਨਾਂ ਅਸੂਲਾਂ ਦੇ ਮੁੱਢਲੇ ਨੁਕਸਾਂ ਨੂੰ ਸਮਝਣ ਵਿੱਚ ਅਸਫਲ ਹੋ ਰਹੇ ਹਾਂ। ਅਸੀਂ ਕਦੇ ਵੀ ਇਸ ਗੱਲ ਬਾਰੇ ਵਿਚਾਰ ਕਰਨ ਲਈ ਤਿਆਰ ਨਹੀਂ ਹਾਂ ਕਿ ਸਾਡੀ ਸੰਸਕ੍ਰਿਤੀ ਅਤੇ ਧਾਰਮਿਕ ਫਿਰਕੇ ਗਲਤ ਹੋ ਸਕਦੇ ਹਨ, ਜਦ ਕਿ ਦੋਵੇਂ ਗਲਤ ਹਨ ਅਤੇ ਸਮਾਜ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਮਨੋਰੋਗੀ ਬਣਾਉਣ ਲਈ ਕਸੂਰਵਾਰ ਹਨ। ਇਹ ਸਭ ਕੁਝ ਲਿਖਣ ਤੋਂ ਭਾਵ ਇਹ ਹੈ ਕਿ ਕਾਮ ਸ਼ਕਤੀ ਪਵਿੱਤਰ ਹੈ। ਇਸ ਸ਼ਕਤੀ ਨਾਲ ਨਵੇਂ ਜੀਵਨ ਦਾ ਆਰੰਭ ਹੁੰਦਾ ਹੈ। ਆਦਮੀ ਅਤੇ ਔਰਤ ਦੇ ਅੰਦਰ ਇਹ ਸਭ ਤੋਂ ਮਹਾਨ ਅਤੇ ਹੈਰਾਨ ਕਰਨ ਵਾਲੀ ਤਾਕਤ ਹੈ। ਸਾਨੂੰ ਇਸ ਸ਼ਕਤੀ ਦਾ ਕਦੇ ਵੀ ਵਿਰੋਧ ਨਹੀਂ ਕਰਨਾ ਚਾਹੀਦਾ। ਇਸ ਲਈ ਸੈਕਸ ਨੂੰ ਖੁਸ਼ੀ ਨਾਲ ਸਵੀਕਾਰ ਕਰੋ
ਤੇ ਇਹਨੂੰ ਇਸ ਦੀ ਪਵਿੱਤਰਤਾ ਨੂੰ ਮਾਨਤਾ ਦਿਓ। ਔਰਤ ਅਤੇ ਮਰਦ ਵਿਚਕਾਰ ਇਹ ਖਿੱਚ ਕੁਦਰਤੀ ਹੈ। ਸੈਕਸ ਦੇ ਵਿਸ਼ੇ ਬਾਰੇ ਕਿਤਾਬਾਂ ਪੜ੍ਹ ਕੇ ਜਾਂ ਆਪਸ ਵਿੱਚ ਗੱਲਬਾਤ ਕਰਕੇ ਜਿੰਨਾ ਗਿਆਨ ਇਕੱਠਾ ਕਰ ਸਕਦੇ ਹੋ ਕਰੋ। ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਲਈ ਕਾਮ ਗਿਆਨ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਇਹ ਗਿਆਨ ਬੌਧਿਕ ਅਤੇ ਆਤਮਿਕ ਵਿਕਾਸ ਲਈ ਵੀ ਜ਼ਰੂਰੀ ਹੈ। ਜਿਸ ਲੜਕੇ ਅਤੇ ਲੜਕੀ ਦੇ ਅੰਦਰ ਇਸ ਗਿਆਨ ਦਾ ਚਾਨਣ ਨਹੀਂ, ਉਹ ਆਪਣੇ ਮਿਲਾਪ ਦਾ ਪੂਰਾ ਆਨੰਦ ਨਹੀਂ ਮਾਣ ਸਕਦੇ ਅਤੇ ਅਕਸਰ ਆਪਣੇ ਜੀਵਨ ਤੋਂ ਨਿਰਾਸ਼ ਹੋ ਜਾਂਦੇ ਹਨ। ਸਿੱਧੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਇਸ ਨਿਰਾਸ਼ਤਾ ਦਾ ਮੁੱਖ ਕਾਰਨ ਸਿਰਫ ਇਸ ਵਿਸ਼ੇ ਬਾਰੇ ਸਾਡੀ ਅਗਿਆਨਤਾ ਹੈ, ਹੋਰ ਕੁਝ ਨਹੀਂ। ਤਾਂਤਰਿਕ ਫਿਲਾਸਫੀ ਅਨੁਸਾਰ ਸਰੀਰਕ ਮਿਲਾਪ ਇੱਕ ਕਲਾ ਸਮਾਨ ਹੈ। ਤੰਤਰਾਂ ਨੇ ਇਸ ਵਿਸ਼ੇ ਨੂੰ ਬਹੁਤ ਡੂੰਘਾਈ ਵਿੱਚ ਘੋਖਿਆ ਹੈ। ਕਾਮ ਦੇ ਵਿਸ਼ੇ ਬਾਰੇ ਸੰਸਕ੍ਰਿਤ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕਾ ਹੈ, ਪਰ ਮੇਰਾ ਖਿਆਲ ਹੈ ਪੰਜਾਬੀ ਵਿੱਚ ਇਸ ਵਿਸ਼ੇ ਬਾਰੇ ਹੁਣ ਤੱਕ ਇੱਕ ਵੀ ਚੰਗੀ ਪੁਸਤਕ ਉਪਲਬਧ ਨਹੀਂ ਹੋਏਗੀ। ਅੰਗਰੇਜ਼ੀ ਵਿੱਚ ਇੱਕ ਕਿਤਾਬ ਹੈ ਜਿਹਦਾ ਸਿਰਲੇਖ ਹੈ ਵਿਗਿਆਨ ਭੈਰਵ ਤੰਤਰਾ। ਇਸ ਪੁਸਤਕ ਵਿੱਚ ਮੁੱਢਲੀ ਤਾਂਤਰਿਕ ਫਿਲਾਸਫੀ ਅਤੇ ਸਰੀਰਕ ਮਿਲਾਪ ਕਿਰਿਆ ਦੇ ਮਹੱਤਵ ਨੂੰ ਬਹੁਤ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਪੁਸਤਕ ਦੇ ਅਨੁਸਾਰ ਸਰੀਰਕ ਮਿਲਾਪ ਤੋਂ ਪਹਿਲਾਂ ਪਤਨੀ ਨਾਲ ਲਾਡ ਪਿਆਰ ਕਰਨਾ ਜ਼ਰੂਰੀ ਹੈ। ਅੰਗਰੇਜ਼ੀ ਵਿੱਚ ਇਸ ਨੂੰ ਫੋਰਪਲੇ ਕਹਿੰਦੇ ਹਨ। ਜਿਹੜਾ ਮਰਦ ਇਸ ਕਲਾ ਵਿੱਚ ਪ੍ਰਵੀਨ ਨਹੀਂ ਹੁੰਦਾ, ਉਹ ਆਪਣੀ ਪਤਨੀ ਜਾਂ ਪ੍ਰੇਮਿਕਾ ਕੋਲੋਂ ਸੂਖਮ ਰੂਹਾਨੀ ਆਨੰਦ ਨਹੀਂ ਮਾਣ ਸਕਦਾ ਅਤੇ ਨਾ ਹੀ ਉਹ ਔਰਤ ਨੂੰ ਆਨੰਦ ਮੰਜ਼ਿਲ 'ਤੇ ਪਹੁੰਚਾ ਸਕਦਾ ਹੈ। ਲਾਡ ਪਿਆਰ ਕਰਦੇ ਸਮੇਂ ਆਦਮੀ ਦਾ ਸਾਹ ਡੂੰਘਾ ਅਤੇ ਇੱਕ ਸਮਾਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਾਫੀ ਦੇਰ ਤੱਕ ਕਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ਅਤੇ ਔਰਤ ਦੀ ਪਿਆਰ ਭੁੱਖ ਵੀ ਤ੍ਰਿਪਤ ਹੁੰਦੀ ਹੈ। ਇਸ ਦੇ ਮੰਜ਼ਿਲ ਦਾ ਪਹਾੜ ਚੜ੍ਹਨ ਨਾਲ ਤੁਲਨਾ ਕਰਦੇ ਹੋਏ ਇਹ ਕਿਹਾ ਗਿਆ ਕਿ ਪਹਾੜ ਦੀ ਚੋਟੀ ਉੱਪਰ ਚੜ੍ਹਦੇ ਸਮੇਂ ਅਤੇ ਇਸ ਮਾਰਗ ਉੱਤੇ ਤੁਰਦੇ ਸਮੇਂ ਸਾਨੂੰ ਹੌਲੀ ਹੌਲੀ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਦੋਹਾਂ ਹਾਲਤਾਂ ਵਿੱਚ ਆਦਮੀ ਦਾ ਦਮ ਚੜ੍ਹਦਾ ਹੈ ਅਤੇ ਉਹ ਸਾਹੋ ਸਾਹ ਹੋ ਜਾਂਦਾ ਹੈ। ਜੇਕਰ ਉੱਪਰ ਦੱਸੇ ਗਏ ਢੰਗ ਅਨੁਸਾਰ 15-20 ਮਿੰਟ ਤੱਕ ਇਹ ਰੋਮਾਂਸ ਜਾਰੀ ਰਹੇ ਤਾਂ ਔਰਤ ਪੂਰੇ ਆਨੰਦ ਲਈ ਆਪਣੇ ਆਪ ਤਿਆਰ ਹੋ ਜਾਂਦੀ ਹੈ। ਇੱਥੇ ਲੜਕੇ ਅਤੇ ਲੜਕੀ ਦੀ ਜਾਣਕਾਰੀ ਲਈ ਹਨੀਮੂਨ ਦੇ ਸੰਬੰਧ ਵਿੱਚ ਕੁਝ ਖਾਸ ਗੱਲਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਪਹਿਲੀ ਗੱਲ, ਕਈ ਲੜਕੇ ਪਹਿਲੇ ਦਿਨ ਇਸ ਕਿਰਿਆ ਨੂੰ ਬਹੁਤੀ ਦੇਰ ਕਾਇਮ ਨਹੀਂ ਰੱਖ ਸਕਦੇ। ਆਮ ਤੌਰ 'ਤੇ ਮਨ ਦੀ ਇਸ ਅਵਸਥਾ ਨੂੰ ਕਮਜ਼ੋਰ ਜਾਂ ਨਪੁੰਸਕ ਅਵਸਥਾ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਇਹ ਇੱਕ ਆਰਜ਼ੀ ਅਵਸਥਾ ਹੈ। ਸਾਨੂੰ ਪਤਾ ਹੈ ਕਿ ਕਾਮ ਸ਼ਕਤੀ ਲੰਬਾ ਅਰਸਾ ਸ਼ਾਂਤ ਨਹੀਂ ਰਹਿ ਸਕਦੀ, ਇਹ ਛੇਤੀ ਮੁੜ ਸੁਰਜੀਤ ਹੋ ਜਾਂਦੀ ਹੈ। ਇਸ ਕਰਕੇ ਕਿਸੇ ਕਿਸਮ ਦਾ ਫਿਕਰ ਨਹੀਂ ਕਰਨਾ ਚਾਹੀਦਾ। ਦੂਸਰੀ ਗੱਲ, ਖੂਨ ਵਿੱਚ ਟੈਸਟੋਸਟੀਰੋਨ ਹਾਰਮੋਨ ਦੀ ਘੱਟ ਮਾਤਰਾ ਦੇ ਕਾਰਨ ਵੀ ਆਦਮੀ ਨਿਪੁੰਸਕ ਹੋ ਸਕਦਾ ਹੈ। ਪਰਿਵਾਰਕ ਝਗੜੇ, ਫਿਕਰ, ਚਿੰਤਾ ਅਤੇ ਮਾਨਸਿਕ ਤਣਾਅ ਵੀ ਇਸ ਦਾ ਕਾਰਨ ਬਣ ਸਕਦੇ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ, ਸ਼ਰਾਬ ਅਤੇ ਕਈ ਦਵਾਈਆਂ ਦਾ ਅਸਰ ਵੀ ਮਨੁੱਖ ਨੂੰ ਨਿਪੁੰਸਕ ਬਣਾ ਦਿੰਦਾ ਹੈ। ਖਾਸ ਕਰ ਸਿਗਰਟ ਪੀਣ ਵਾਲੇ ਆਦਮੀ ਜ਼ਿਆਦਾ ਕਮਜ਼ੋਰ ਅਤੇ ਨਿਪੁੰਸਕ ਹੁੰਦੇ ਹਨ, ਇਸ ਲਈ ਨਸ਼ਿਆਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਆਪਸੀ ਮਿਲਾਪ ਦੇ ਸਮੇਂ ਦੌਰਾਨ ਔਰਤ ਦੇ ਸਰੀਰ ਅੰਦਰ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਜਦੋਂ ਆਦਮੀ ਅਤੇ ਔਰਤ ਮਿਲਾਪ ਲਈ ਤਿਆਰ ਹੁੰਦੇ ਹਨ ਤਾਂ ਪਹਿਲੀ ਅਵਸਥਾ ਵਿੱਚ ਕਾਮਕ ਉਤੇਜਨਾ ਨਾਲ ਖੂਨ ਦਾ ਦੌਰਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਅੱਗੇ ਦੂਸਰੀ ਅਵਸਥਾ ਵਿੱਚ ਸਾਹ ਕਿਰਿਆ ਵੀ ਤੇਜ਼ ਹੋ ਜਾਂਦੀ ਹੈ ਅਤੇ ਖੂਨ ਦਾ ਦੌਰਾ ਹੋਰ ਵੀ ਵੱਧ ਜਾਂਦਾ ਹੈ। ਯੂਟਰਸ ਦੇ ਲਗਾਤਾਰ ਸੁੰਗੜਨ ਅਤੇ ਫੈਲਣ ਦੀ ਕਿਰਿਆ ਬਹੁਤ ਆਨੰਦਦਾਇਕ ਹੁੰਦੀ ਹੈ। ਸਰੀਰਕ ਮਿਲਾਪ ਦੀ ਚੋਟੀ ਤੱਕ ਪਹੁੰਚਣ ਸਮੇਂ ਔਰਤ ਦਾ ਸਾਰਾ ਸਰੀਰ ਆਨੰਦ ਅਨੁਭਵ ਕਰਦਾ ਹੈ। ਕਾਮਕ ਉਤੇਜਨਾ ਦੇ ਸ਼ਾਂਤ ਹੋਣ ਨਾਲ ਉਸ ਦਾ ਮਨ ਵੀ ਸ਼ਾਂਤ ਹੋ ਜਾਂਦਾ ਹੈ। ਇਸ ਕਿਰਿਆ ਦੇ ਖਤਮ ਹੋਣ ਤੋਂ ਬਾਅਦ ਖੂਨ ਦਾ ਦੌਰਾ, ਨਬਜ਼ ਦੀ ਚਾਲ ਅਤੇ ਸਾਹ ਕਿਰਿਆ ਪਹਿਲਾਂ ਵਾਂਗ ਨਾਰਮਲ ਹੋ ਜਾਂਦੇ ਹਨ। ਇਸ ਤਰ੍ਹਾਂ ਮਿਲਣ ਨਾਲ ਜੇ ਦੋਵੇਂ ਸਾਥੀ ਕਾਮ ਤ੍ਰਿਪਤੀ ਦੇ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਣ ਤਾਂ ਉਹਨਾਂ ਦੇ ਦਿਲਾਂ ਅੰਦਰ ਪਿਆਰ ਦਾ ਪੱਕਾ ਰਿਸ਼ਤਾ ਸਥਾਪਿਤ ਹੋ ਸਕਦਾ ਹੈ। ਧੰਨਵਾਦ। ਡਾਕਟਰ ਅਜੈਬ ਸਿੰਘ ਦੀ ਪੁਸਤਕ ਦਾ ਅਗਲਾ ਲੇਖ ਹੈ ਗਰਭ ਦੌਰਾਨ ਔਰਤ ਦੀ ਮਨੋ ਅਵਸਥਾ। ਵਿਆਹ ਤੋਂ ਬਾਅਦ ਹਰ ਲੜਕੀ ਵਿੱਚ ਮਾਂ ਬਣਨ ਦੀ ਤੀਬਰ ਇੱਛਾ ਹੁੰਦੀ ਹੈ, ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਾਂ ਬਣਨਾ ਇੱਕ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ।
ਬੱਚੇ ਨੂੰ ਜਨਮ ਦੇਣ ਨਾਲ ਮਾਂ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਮਾਂ ਬਣਨਾ ਮਹਾਨ ਕਲਾ ਹੈ। ਮਾਂ ਬਣਨ ਤੋਂ ਬਾਅਦ ਹੀ ਲੜਕੀ ਇੱਕ ਸੰਪੂਰਨ ਔਰਤ ਬਣਦੀ ਹੈ। ਇਸ ਲਈ ਲੜਕੀ ਨੂੰ ਗਰਭਵਤੀ ਹੋਣ ਸਮੇਂ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਤੰਦਰੁਸਤ ਅਤੇ ਪ੍ਰਤਿਭਾਸ਼ਾਲੀ ਬੱਚੇ ਪੈਦਾ ਕਰਨ ਲਈ ਉਸ ਨੂੰ ਇਹ ਕਲਾ ਸਿੱਖਣੀ ਚਾਹੀਦੀ ਹੈ। ਮਨੋਵਿਗਿਆਨੀਆਂ ਨੇ ਗਰਭਵਤੀ ਮਾਂ ਦੇ ਸੰਬੰਧ ਵਿੱਚ 3 ਗੱਲਾਂ ਤਜਵੀਜ਼ ਕੀਤੀਆਂ ਹਨ। ਇਹਨਾਂ ਗੱਲਾਂ ਦਾ ਬੱਚੇ ਦੇ ਜੀਵਨ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਪਹਿਲਾ, ਜਨਮ ਦੇਣ ਤੋਂ ਬਾਅਦ ਮਾਂ ਨੂੰ ਕਦੇ ਵੀ ਬੱਚੇ ਉੱਪਰ ਕਬਜ਼ਾ ਨਹੀਂ ਕਰਨਾ ਚਾਹੀਦਾ। ਬੱਚਾ ਮਾਂ ਦੇ ਰਾਹੀਂ ਇਸ ਸੰਸਾਰ 'ਚ ਆਉਂਦਾ ਹੈ, ਪਰ ਬੱਚੇ ਦੀ ਇੱਕ ਆਪਣੀ ਆਤਮਾ ਹੈ ਅਤੇ ਮਨ ਹੈ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਦਾ ਮਾਧਿਅਮ ਹੈ। ਬੱਚੇ ਨੂੰ ਮਾਂ ਆਪਣੇ ਵਿਚਾਰਾਂ ਅਤੇ ਆਦਤਾਂ ਦਾ ਗੁਲਾਮ ਨਾ ਬਣਾਵੇ, ਸਗੋਂ ਸਮੁੱਚੇ ਪਰਿਵਾਰ ਅਤੇ ਆਲੇ ਦੁਆਲੇ ਦੇ ਪ੍ਰਭਾਵ ਨਾਲ ਸੁਤੰਤਰ ਰੂਪ ਵਿੱਚ ਵਿਕਸਿਤ ਹੋਣ ਦਾ ਅਵਸਰ ਦੇਵੇ। ਉਹ ਬੱਚੇ ਨੂੰ ਪਿਆਰ ਕਰੇ, ਪਰ ਇਸ ਉੱਪਰ ਕਦੇ ਵੀ ਆਪਣਾ ਕਬਜ਼ਾ ਨਾ ਕਰੇ। ਬੱਚਾ ਸਾਰੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਜੇ ਮਾਂ ਆਪਣੇ ਬੱਚੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਉਸ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਕਾਰਨ ਇਹ ਹੈ ਕਿ ਫਿਰ ਬੱਚਾ ਆਪਣੇ ਆਪ ਨੂੰ ਇੱਕ ਕੈਦੀ ਵਾਂਗ ਸਮਝਦਾ ਹੈ। ਉਹ ਆਪਣੀ ਮਾਂ ਲਈ ਇੱਕ ਖਿਡੌਣਾ ਬਣ ਜਾਂਦਾ ਹੈ ਅਤੇ ਖਿਡੌਣੇ ਉੱਪਰ ਕਬਜ਼ਾ ਕੀਤਾ ਜਾ ਸਕਦਾ ਹੈ। ਮਾਂ ਦੇ ਸਿੱਖਣ ਲਈ ਇਹ ਪਹਿਲਾ ਸਬਕ ਹੈ। ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਗਰਭਵਤੀ ਮਾਂ ਇਹ ਸਬਕ ਸਿੱਖਣ ਲਈ ਤਿਆਰ ਰਹੇ। ਦੂਜਾ, ਬੱਚੇ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿਓ। ਬੱਚਾ ਬਹੁਤ ਕਮਜ਼ੋਰ ਅਤੇ ਬੇਬਸ ਹੁੰਦਾ ਹੈ। ਬੱਚੇ ਨੂੰ ਸਤਿਕਾਰ ਦੇਣਾ ਇੱਕ ਔਖਾ ਕੰਮ ਹੈ ਅਤੇ ਉਹਨੂੰ ਸ਼ਰਮਿੰਦਾ ਕਰਨਾ ਬਹੁਤ ਸੌਖਾ ਹੈ। ਜਦੋਂ ਅਸੀਂ ਬੱਚੇ ਦਾ ਸਤਿਕਾਰ ਕਰਦੇ ਹਾਂ ਤਾਂ ਅਸੀਂ ਬੱਚੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਫਿਰ ਅਸੀਂ ਬੱਚੇ ਨੂੰ ਹਰ ਤਰ੍ਹਾਂ ਆਜ਼ਾਦ ਰੱਖਦੇ ਹਾਂ। ਅਸੀਂ ਉਹਦੀ ਖੁਰਾਕ ਦਾ ਧਿਆਨ ਰੱਖਦੇ ਹਾਂ, ਉਹਨੂੰ ਖਾਣ ਲਈ ਚੰਗਾ ਭੋਜਨ ਦਿੰਦੇ ਹਾਂ, ਉਹਨੂੰ ਹਰ ਤਰ੍ਹਾਂ ਚੰਗਾ ਮਾਹੌਲ ਦੇ ਕੇ ਸੁਰੱਖਿਅਤ ਰੱਖਦੇ ਹਾਂ। ਜੇ ਮਾਂ ਆਪਣੇ ਬੱਚੇ ਨੂੰ ਸੱਚਮੁੱਚ ਪਿਆਰ ਕਰੇਗੀ ਤਾਂ ਉਹ ਬੱਚੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੀ, ਸਗੋਂ ਹਰ ਕਦਮ ਉੱਪਰ ਬੱਚੇ ਦਾ ਸਾਥ ਦੇਵੇਗੀ। ਤੀਜਾ, ਬੱਚੇ ਨੂੰ ਕੁਦਰਤੀ ਤੌਰ 'ਤੇ ਵੱਡਾ ਹੋਣ ਦਿਓ। ਕਦੇ ਕਦੇ ਬੱਚੇ ਦੀਆਂ ਹਰਕਤਾਂ ਦੇਖ ਕੇ ਸਾਨੂੰ ਔਖ ਮਹਿਸੂਸ ਹੁੰਦੀ ਹੈ। ਉਹਦੇ ਕੁਦਰਤੀ ਸੁਭਾਅ ਵਿੱਚ ਕਦੇ ਵੀ ਦਖਲ ਅੰਦਾਜ਼ੀ ਨਾ ਕਰੋ। ਹਰ ਬੱਚਾ ਪਹਿਲਾਂ ਆਪਣੇ ਸਰੀਰ ਨਾਲ ਪਿਆਰ ਕਰਨਾ ਸਿੱਖਦਾ ਹੈ। ਉਹ ਕਿਸੇ ਹੋਰ ਨੂੰ ਨਹੀਂ ਜਾਣਦਾ। ਇਸ ਲਈ ਜੇ ਬੱਚਾ ਆਪਣੇ ਲਿੰਗ ਅੰਗਾਂ ਨਾਲ ਖੇਡਦਾ ਹੈ ਤਾਂ ਉਹਨੂੰ ਝਿੜਕਾਂ ਨਾ ਦਿਓ, ਸਗੋਂ ਸਹਿਯੋਗ ਦਿਓ। ਇਹ ਅੰਗ ਵੀ ਉਹਦੇ ਸਰੀਰ ਦਾ ਹਿੱਸਾ ਹਨ, ਉਹਨੂੰ ਖੇਡਣ ਦਿਓ। ਬੱਚਾ ਬਹੁਤ ਆਨੰਦ ਮਹਿਸੂਸ ਕਰਦਾ ਹੈ। ਬੱਚੇ ਦੀ ਮਦਦ ਕਰਨ ਲਈ ਗਰਭਵਤੀ ਮਾਂ ਨੂੰ ਇਹ 3 ਗੱਲਾਂ ਸਦਾ ਯਾਦ ਰੱਖਣੀਆਂ ਚਾਹੀਦੀਆਂ ਹਨ। ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮਾਂ ਲਈ ਹਰ ਰੋਜ਼ 1 ਘੰਟਾ ਮੈਡੀਟੇਸ਼ਨ ਕਰਨੀ ਜ਼ਰੂਰੀ ਹੈ, ਤਾਂ ਕਿ ਉਹਦਾ ਮਨ ਪੂਰੀ ਤਰ੍ਹਾਂ ਸ਼ਾਂਤ ਰਹੇ। ਜਦੋਂ ਬੱਚਾ ਗਰਭ ਵਿੱਚ ਹੁੰਦਾ ਹੈ ਤਾਂ ਸਰੀਰ ਦੇ ਨਾਲ ਨਾਲ ਉਹਦਾ ਮਨ ਵੀ ਵਿਕਾਸ ਕਰਦਾ ਹੈ। ਉਸ ਵੇਲੇ ਮਾਂ ਜੋ ਕੁਝ ਵੀ ਸੋਚਦੀ ਹੈ ਉਹ ਤਰੰਗਾਂ ਲਗਾਤਾਰ ਬੱਚੇ ਨੂੰ ਪਹੁੰਚਦੀਆਂ ਹਨ। ਜੇ ਮਾਂ ਗੁੱਸੇ ਵਿੱਚ ਹੈ ਤਾਂ ਗਰਭ ਵਿੱਚ ਪਲ ਰਿਹਾ ਬੱਚਾ ਵੀ ਇਸ ਗੁੱਸੇ ਦੀ ਭਾਵਨਾ ਨੂੰ ਮਹਿਸੂਸ ਕਰਦਾ ਹੈ। ਇਸ ਲਈ 9 ਮਹੀਨੇ ਆਪਣੇ ਅੰਦਰ ਗੁੱਸੇ ਨੂੰ ਇਕੱਠਾ ਨਾ ਕਰੋ। ਜਦੋਂ ਮਾਂ ਉਦਾਸ ਹੁੰਦੀ ਹੈ ਤਾਂ ਬੱਚੇ ਲਈ ਵੀ ਉਦਾਸੀ ਦਾ ਵਾਤਾਵਰਨ ਬਣ ਜਾਂਦਾ ਹੈ। ਬੱਚਾ ਵੀ ਸੁਸਤ ਅਤੇ ਉਦਾਸ ਹੋ ਜਾਂਦਾ ਹੈ। ਬੱਚਾ ਬਿਲਕੁਲ ਮਾਂ ਉੱਪਰ ਨਿਰਭਰ ਰਹਿੰਦਾ ਹੈ। ਜੋ ਮਨੋਵਸਥਾ ਮਾਂ ਦੀ ਹੁੰਦੀ ਹੈ, ਬੱਚੇ ਦਾ ਮੂਡ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਕਰਕੇ ਮਾਂ ਨੂੰ ਸਦਾ ਖੁਸ਼ ਰਹਿਣਾ ਚਾਹੀਦਾ ਹੈ। ਇਸ ਗਰਭ ਅਵਸਥਾ ਵਿੱਚ ਕਿਸੇ ਨਾਲ ਲੜਾਈ ਨਹੀਂ ਕਰਨੀ ਚਾਹੀਦੀ, ਨਾ ਕਿਸੇ ਨਾਲ ਗੁੱਸੇ ਹੋਣ ਦੀ ਜ਼ਰੂਰਤ ਹੈ। ਇਸ ਕਰਕੇ ਮਾਂ ਬਣਨ ਲਈ ਔਰਤ ਨੂੰ ਬਹੁਤ ਕੁਰਬਾਨੀ ਕਰਨ ਦੀ ਲੋੜ ਹੈ। ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਲੈਣ ਤੱਕ ਔਰਤ ਨੂੰ ਬਹੁਤ ਹੋਸ਼ ਵਿੱਚ ਰਹਿਣਾ ਚਾਹੀਦਾ ਹੈ। ਉਹ ਆਪਣੀ ਮਨੋਦਸ਼ਾ ਨੂੰ ਸ਼ਾਂਤ ਰੱਖੇ। ਉਹਨੂੰ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਚਾਹੀਦਾ। ਬਾਕੀ ਗੱਲਾਂ ਨਾਲੋਂ ਬੱਚਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਸ ਸਮੇਂ ਦੇ ਦਰਮਿਆਨ ਜੇ ਕੋਈ ਤੁਹਾਡਾ ਅਪਮਾਨ ਵੀ ਕਰਦਾ ਹੈ ਤਾਂ ਉਸ ਨਾਲ ਵੀ ਗੁੱਸੇ ਨਾ ਹੋਵੋ। ਬਿਲਕੁਲ ਸ਼ਾਂਤ ਰਹੋ। ਉਹਨੂੰ ਇਹ ਕਹੋ, ਮੈਂ ਗਰਭਵਤੀ ਹਾਂ, ਮੈਂ ਗੁੱਸੇ ਨਹੀਂ ਹੋ ਸਕਦੀ। ਬੱਚਾ ਮੇਰੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਕੁਝ ਦਿਨਾਂ ਬਾਅਦ ਤਾਂ ਸਾਨੂੰ ਇਹ ਯਾਦ ਵੀ ਨਹੀਂ ਰਹਿੰਦਾ ਕਿ ਕਿਸ ਨੇ ਮੇਰਾ ਅਪਮਾਨ ਕੀਤਾ ਸੀ ਅਤੇ ਮੇਰੀ ਕੀ ਗਲਤੀ ਸੀ। ਪਰ ਬੱਚਾ ਜਨਮ ਤੋਂ ਲੈ ਕੇ ਘੱਟ ਤੋਂ ਘੱਟ 70-80 ਸਾਲ ਤੱਕ ਇਸ ਸੰਸਾਰ ਵਿੱਚ ਰਹਿੰਦਾ ਹੈ। ਇਸ ਕਰਕੇ ਗਰਭਵਤੀ ਔਰਤ ਲਈ ਗੁੱਸੇ ਹੋਣਾ ਠੀਕ ਨਹੀਂ ਹੈ। ਚੇਤਨ ਤੌਰ 'ਤੇ ਉਸ ਨੂੰ ਇਸ ਗੱਲ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ।
ਇਸ ਸਮੇਂ ਮਾਨਸਿਕ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ। ਗਰਭ ਦਾ ਸਮਾਂ ਤਕਰੀਬਨ 9 ਮਹੀਨੇ ਦਾ ਹੁੰਦਾ ਹੈ। ਇਸ ਲਈ 9 ਮਹੀਨੇ ਤੱਕ ਕਦੇ ਉਦਾਸ ਨਹੀਂ ਹੋਣਾ, ਕਦੇ ਗੁੱਸੇ ਨਹੀਂ ਹੋਣਾ, ਕਦੇ ਕਿਸੇ ਨਾਲ ਝਗੜਾ ਨਹੀਂ ਕਰਨਾ ਅਤੇ ਕਦੇ ਕਿਸੇ ਨੂੰ ਨਫ਼ਰਤ ਨਹੀਂ ਕਰਨੀ। ਇਹਨਾਂ ਸਾਰੀਆਂ ਗੱਲਾਂ ਤੋਂ ਪਰਹੇਜ਼ ਰੱਖਣਾ ਹੈ। ਜਦੋਂ ਬੱਚਾ ਜਨਮ ਲੈ ਲੈਂਦਾ ਹੈ ਤਾਂ ਬੱਚੇ ਨੂੰ ਪਹਿਲ ਦੇਣੀ ਚਾਹੀਦੀ ਹੈ, ਉਸ ਨੂੰ ਜ਼ਿਆਦਾ ਚੰਗਾ ਸਮਝਣਾ ਚਾਹੀਦਾ ਹੈ। ਫਿਰ ਮਾਤਾ ਪਿਤਾ ਜ਼ਿਆਦਾ ਮਹੱਤਵਪੂਰਨ ਨਹੀਂ ਰਹਿੰਦੇ, ਉਹ ਬੱਚੇ ਦੇ ਸਹਾਇਕ ਬਣ ਜਾਂਦੇ ਹਨ। ਬੱਚਾ ਨਵੇਂ ਜੀਵਨ ਨੂੰ ਸ਼ੁਰੂ ਕਰਦਾ ਹੈ। ਮਾਂ ਅਤੇ ਬੱਚੇ ਦਾ ਰਿਸ਼ਤਾ ਕਦੇ ਵੀ ਵਿਗੜਨਾ ਨਹੀਂ ਚਾਹੀਦਾ, ਕਿਉਂਕਿ ਇਸ ਤਰ੍ਹਾਂ ਬੱਚੇ ਦਾ ਸਾਰਾ ਜੀਵਨ ਬਰਬਾਦ ਹੋ ਸਕਦਾ ਹੈ। ਬੱਚਾ ਇਸ ਰਿਸ਼ਤੇ ਰਾਹੀਂ ਹੀ ਸੰਸਾਰ ਨਾਲ ਜੁੜਦਾ ਹੈ। ਉਸਦੇ ਜੀਵਨ ਵਿੱਚ ਬਾਕੀ ਸਭ ਕੁਝ ਇਸ ਪਹਿਲੇ ਰਿਸ਼ਤੇ ਦੇ ਅਨੁਸਾਰ ਹੀ ਵਾਪਰਦਾ ਹੈ। ਜੇ ਅਸੀਂ ਸ਼ੁਰੂ ਵਿੱਚ ਹੀ ਬੱਚੇ ਦੇ ਮਨ ਅੰਦਰ ਡਰ, ਗੁੱਸਾ ਅਤੇ ਨਫ਼ਰਤ ਭਰ ਦੇਵਾਂਗੇ ਤਾਂ ਬੱਚਾ ਸਾਰੀ ਉਮਰ ਦੁੱਖ ਭੋਗੇਗਾ। ਸੰਸਾਰ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਮਾਵਾਂ ਅਤੇ ਬੱਚੇ ਨਰਕ ਭੋਗ ਰਹੇ ਹਨ। ਇਸ ਲਈ ਬੱਚੇ ਨੂੰ ਜਨਮ ਦੇਣਾ ਬਹੁਤ ਹੀ ਉਸਾਰੂ ਅਤੇ ਮਹੱਤਵਪੂਰਨ ਕਾਰਜ ਹੈ। ਸੋ ਅਜਿਹਾ ਬੱਚਾ ਪੈਦਾ ਕਰੋ ਜਿਹੜਾ ਆਪ ਦੁਖੀ ਨਾ ਹੋਵੇ ਅਤੇ ਦੂਸਰਿਆਂ ਨੂੰ ਵੀ ਖੁਸ਼ ਕਰੇ। ਕੇਵਲ ਸਮਝਦਾਰ ਔਰਤਾਂ ਹੀ ਅਜਿਹੇ ਹੋਣਹਾਰ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ, ਜਿਸ ਨਾਲ ਨਰੋਆ ਸਮਾਜ ਪੈਦਾ ਹੋ ਸਕਦਾ ਹੈ। ਔਰਤਾਂ ਦੇ ਮਾਹਿਰ ਡਾਕਟਰ ਇਹ ਸੁਝਾਅ ਦਿੰਦੇ ਹਨ ਕਿ ਗਰਭ ਦੇ ਸਮੇਂ ਦੌਰਾਨ ਔਰਤ ਨੂੰ ਬਹੁਤ ਖੁਸ਼ ਰਹਿਣਾ ਚਾਹੀਦਾ ਹੈ। ਉਹ ਸਵੇਰ ਵੇਲੇ ਬਾਕਾਇਦਾ ਖੁੱਲ੍ਹੀ ਹਵਾ 'ਚ ਸੈਰ ਕਰੇ। ਚੰਗਾ ਸੰਗੀਤ ਸੁਣਨਾ ਵੀ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੁੰਦਾ ਹੈ। ਉਹ ਵਿਹਲੇ ਸਮੇਂ ਚੰਗੀਆਂ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰੇ। ਇਸ ਸਮੇਂ ਉਸਨੂੰ ਕੋਈ ਵੀ ਕੰਮ ਕਾਹਲੀ ਨਾਲ ਨਹੀਂ ਕਰਨਾ ਚਾਹੀਦਾ। ਤਣਾਅ ਰਹਿਤ ਅਤੇ ਖੁਸ਼ ਰਹਿ ਕੇ ਹਰ ਕੰਮ ਨੂੰ ਸਹਿਜ ਢੰਗ ਨਾਲ ਕਰਨਾ ਚਾਹੀਦਾ ਹੈ। ਮਾਂ ਨੂੰ ਨਵੇਂ ਬੱਚੇ ਦਾ ਇੱਕ ਮਹਿਮਾਨ ਵਾਂਗ ਸਵਾਗਤ ਕਰਨਾ ਚਾਹੀਦਾ ਹੈ। ਵਿਆਹ ਤੋਂ ਬਾਅਦ ਹਰ ਪਤਨੀ ਇਸ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਮਾਂ ਬਣਨਾ ਪਸੰਦ ਕਰੇ ਤਾਂ ਨਰੋਏ ਸਮਾਜ ਦੀ ਉਸਾਰੀ ਨਿਸ਼ਚਿਤ ਹੈ। ਧੰਨਵਾਦ।